ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋ। ਆਪਣੇ ਚੱਲ ਰਹੀ ਆਸਾ ਦੀ ਵਾਰ ਦੀ ਲੜੀ ਵਿੱਚ ਆਪਾਂ ਤਕਰੀਬਨ 14 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ ਦੀ ਜਿਹੜੀ ਆਪਣੇ ਵਿਚਾਰ ਹੈ ਉਹ ਸ਼ਲੋਕ ਮਹਲਾ ਪਹਿਲਾ, ਦਇਆ ਕਪਾਹ ਸੰਤੋਖ ਸੂਦ ਜਤ ਗੰਢੀ ਸਤ। ਆਪਾਂ ਇਸ ਸ਼ਲੋਕ ਤੋਂ ਕਰਨੀ ਹੈ। ਅੱਜ ਥੋੜਾ ਜਿਹਾ ਸ਼ਲੋਕ ਜ਼ਿਆਦਾ ਨੇ, ਕੋਸ਼ਿਸ਼ ਕਰਾਂਗੇ ਕਿ ਆਪਾਂ ਆਪਣੇ ਸਮੇਂ ਦੇ ਵਿੱਚ ਇਸ ਵਿਚਾਰ ਨੂੰ ਕੰਪਲੀਟ ਕਰੀਏ। ਸੋ ਇੱਕ ਦੱਖਣੀ ਓਂਕਾਰ ਦੀ ਬਾਣੀ ਚੋਂ ਵਿਚਾਰ ਆਈ ਸੀ ਔਰ ਉਹ ਮੈਨੂੰ ਆਪ ਨੂੰ ਵੀ ਬੜਾ ਚੰਗਾ ਲੱਗਿਆ। ਮੈਂ ਪਿਛਲੀ ਦਫਾ ਬੇਨਤੀ ਵੀ ਕੀਤੀ ਸੀ ਵੀ ਆਪਾਂ ਉਹ ਅਗਲੀ ਵਾਰੀ ਉਸ ਸ਼ਲੋਕ ਦੀ ਵਿਚਾਰ ਕਰਾਂਗੇ। ਉਹ ਸ਼ਲੋਕ ਹੈ, ਸੋਇਨਾ ਰੂਪਾ ਸੰਚੀਐ ਧਨ ਕਾਚਾ ਬਿਖ ਛਾਰ, ਸ਼ਾਹ ਸਦਾਏ ਸੰਚ ਧਨ ਦੁਬਦਾ ਹੋਏ ਖੁਆਰ, ਸਚਿਆਰੀ ਸੱਚ ਸੰਚਿਆ ਸਾਚੋ ਨਾਮ ਅਮੋਲ, ਹਰ ਨਿਰਮਾਇਲ ਊਜਲੋ ਪਤ ਸਾਚੀ ਸੱਚ ਬੋਲ, ਸਾਜਨ ਮੀਤ ਸੁਜਾਨ ਤੂੰ ਸਰਵਰ ਤੂੰ ਹੰਸ, ਸਾਚੋ ਠਾਕੁਰ ਮਨ ਵਸੈ ਹੋਂ ਬਲਿਹਾਰੀ ਤਿਸ, ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ, ਵਿਖਿਆ ਅੰਮ੍ਰਿਤ ਏਕ ਹੈ ਬੁੱਝੈ ਪੁਰਖ ਸੁਜਾਨ। ਸੋ ਉਹਨਾਂ ਸੱਜਣਾ ਦੀ ਆ ਅਖੀਰਲੀ ਦੋ ਲਾਈਨਾਂ ਦੀ ਉਹਨਾਂ ਨੇ ਕਿਹਾ ਸੀ ਵੀ ਇਹ ਵਿਚਾਰ ਜ਼ਰੂਰ ਸਾਂਝੀ ਕਰਿਓ ਵੀ ਵਿਖਿਆ ਅੰਮ੍ਰਿਤ ਏਕ ਹੈ। ਇੱਥੇ ਆਪਾਂ ਸਕਰੀਨ ਤੇ ਵੀ ਕੱਢ ਲੈਨੇ ਆ। ਵਿਖਿਆ ਅੰਮ੍ਰਿਤ ਵਿਖਿਆ ਅੰਮ੍ਰਿਤ ਏਕ ਹੈ ਬੁੱਝੈ ਪੁਰਖ ਸੁਜਾਨ। ਹੁਣ ਇਹ ਕਈ ਵਾਰੀ ਏਦਾਂ ਇਹੋ ਜਿਹੀ ਬਾਣੀ ਬਹੁਤ ਅੱਗੇ ਜਾ ਕੇ ਆਈ ਦੱਖਣੀ ਓਂਕਾਰ। ਸੋ ਕਈ ਵਾਰੀ ਭੁਲੇਖਾ ਪੈ ਸਕਦਾ ਹੈ ਕਿ ਇਹ ਕੀ ਗੱਲ ਕਹਿ ਰਹੇ ਆ ਇੱਥੇ ਪਾਤਸ਼ਾਹ। ਉਸ ਚੀਜ਼ ਨੂੰ ਆਪਾਂ ਕਲੀਅਰ ਕਰਨ ਦੀ ਕੋਸ਼ਿਸ਼ ਕਰੀਏ। ਮੇਰੇ ਤੋਂ ਸ਼ਬਦ ਨਹੀਂ ਨਿਕਲ ਰਿਹਾ, ਕੁਛ ਹੈ ਜਿਹੜਾ ਐਨੀਵੇਜ਼ ਇਹ ਦੱਖਣੀ ਓਂਕਾਰ ਦੀ ਬਾਣੀ ਹੈ। ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ, ਉਸ ਕਰਤੇ ਪੁਰਖ ਨੂੰ ਜਾਣੋ ਜਿਸ ਨੇ ਮਾਇਆ ਦੀ ਮਮਤਾ ਜਿਹੜੀ ਆ ਉਹ ਜੀਵਾਂ ਨੂੰ ਲਾ ਦਿੱਤੀ ਹੈ। ਉਸ ਕਰਤਾ ਪੁਰਖ ਨੂੰ ਜਾਣੋ। ਅੱਗੇ ਕਹਿੰਦੇ ਵਿਖਿਆ ਅੰਮ੍ਰਿਤ ਏਕ ਹੈ ਬੁੱਝੈ ਪੁਰਖ ਸੁਜਾਨ। ਇੱਥੇ ਹੁਣ ਚੰਗਾ ਭਲਾ ਬੰਦਾ ਭੁਲੇਖਾ ਖਾ ਸਕਦਾ
और ये भुलेखा खाली बंदा ही नहीं, ये ਵੱਡੇ ਵੱਡੇ विद्वानां ने भी भुलेखा खादा है। क्योंकि नाम दी कमाई तो बिना उस करते पुरख नूं जानना संभव ही नहीं। नाम दी कमाई तो बिना उस करते पुरख नूं जानना संभव ही नहीं गा। ਅਸੀਂ शुरू तो ही ये विचार रखते आ रहे हैं कि उस करते पुरख का नाम अभ्यास करिए या सानू करना चाहिए। जिसने उस माया की रचना की। विख्या अमृत एक है। हुण इत्थे अमृत दे तत्ते नूं भी औंकड़ है और एक दे कक्के नूं भी औंकड़ है। पिछली लाइन दे विच कह रहे हैं माया ममता मोहनी जिन कीती सो जान। उस करते पुरख नूं जानन दी कोशिश करो, उन्हों जानो जिन्ने ये माया दी ममता जीवां नूं लाई है। और अगे कह रहे विख्या अमृत एक है बूझे पुरख सुजान। यह है जिसने उस सुजान पुरख नूं जान लिया, उस वास्ते नाम अमृत ही माया है। दुनियावी माया दे रस उस नूं नाम रस चों ही मिल जाते हैं। यह है इहदा भाव। विख्या अमृत एक है बूझे पुरख सुजान। जिन्हें उस करते पुरख नूं जान लिया, उन्हों नाम अमृत दे विचों ही माया दे रस प्राप्त हो जाते हैं। दैट इज ऑल। सो कई कई शब्द ऐसे हैं जिहड़े जिथों असीं भुलेखा खा सकते हैं। बड़े ध्यान दे नाल उन्हां नूं वाचना पढ़न की कोशिश करनी है, समझण की कोशिश करनी है। अज की आपां शुरुआत जिहड़ी करनी है वो श्लोक है कि दया कपा संतोख सूत जत गंढी सत वट। हुण पहला इस चीज नूं समझ लो कि सनातन या हिंदू मत विच जनेऊ की रस्म जिहड़ी है वो बहुत वड्डी मन्नी जाती है। जिवें मुसलमानां दे विच सुन्नत की रस्म बड़ी वड्डी है। उसे रस्म के तहत क्योंकि उस वेले दो ही धर्म हिंदुस्तान दे विच मौजूद सी, हिंदू और मुसलमानी धर्म। उस रस्म के तहत ब्राह्मण बाबा नानक दे गल जनेऊ पाउण वास्ते आए। ये असीं सारियां ने बिरतांत जिहड़ा सुनिया। मैं पहला भी बेनती कीती सी भी जदों वार दे आपां रहाऊ क्रॉस करना है, उदों बहुत इंटरस्टिंग हो जानी है वार। और ये साडे पातशाह ने साडे जीवन का हिस्सा बनाया इसनूं। इन्नी उच्ची और महंगी बाणी है। हुण देखो सारा बिरतांत की है, सारा वर्तारा की है।
ਦੀਖਿਆ ਦੀ ਰਸਮ, ਦੀਖਿਤ ਕਰਨਾ, ਪ੍ਰੋਪਰ ਬੈਪਟਾਈਜ਼ਡ ਹਿੰਦੂ ਜਿਹੜਾ ਹੈ ਜਨੇਊ ਧਾਰਨ ਕਰਦਾ ਰਸਮ ਦੇ ਨਾਲ, ਉਹ ਫਿਰ ਪ੍ਰੋਪਰ ਹਿੰਦੂ ਬਣ ਜਾਂਦਾ। ਬਾਬਾ ਜੀ, ਬਾਬਾ ਨਾਨਕ ਪਹਿਲੀ ਗੱਲ ਕਹਿੰਦੇ ਆ ਕਿ ਪੰਡਤ ਜੀ ਜਨੇਊ ਬਣਾਉਣ ਲਈ ਦਇਆ ਰੂਪੀ ਕਪਾਹ, ਸੰਤੋਖ ਦਾ ਸੂਤ, ਜਤ ਸਤ ਦੀਆਂ ਗੰਢਾਂ ਤੇ ਸਤਵਾਦੀ ਜੀਵਨ ਦਾ ਵੱਟ ਚਾੜੋ। ਜੇ ਤੁਹਾਡੇ ਪਾਸ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ ਮੇਰੇ ਗਲ ਵਿੱਚ ਪਾ ਦਿਓ। ਦਇਆ, ਕਪਾਹ, ਸੰਤੋਖ, ਸੂਤ, ਜਤ, ਗੰਢੀ, ਸੱਤ ਵੱਟ। ਬਾਬਾ ਨਾਨਕ ਇੱਕ ਤਰ੍ਹਾਂ ਸੰਬੋਧਨ ਹੋ ਰਹੇ ਪੰਡਤ ਜੀ ਨੂੰ, ਕਹਿੰਦੇ ਪੰਡਤ ਜੀ ਜਨੇਊ ਬਣਾਉਣ ਲਈ ਦਇਆ ਰੂਪੀ ਕਪਾਹ, ਸੰਤੋਖ ਦਾ ਸੂਤ, ਜਤ ਸੱਤ ਦੀਆਂ ਗੰਢਾਂ, ਸੱਤਵਾਦੀ ਜੀਵਨ ਦਾ ਵੱਟ, ਜੇ ਤੁਹਾਡੇ ਕੋਲ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ ਮੇਰੇ ਗਲ ਵਿੱਚ ਪਾ ਦਿਓ। ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਾ, ਨਾ ਇਹ ਟੁੱਟੇ ਨਾ ਮਨ ਲੱਗੇ, ਨਾ ਇਹ ਜਲੇ ਨਾ ਜਾਏ। ਪੰਡਤ ਜੀ ਐਸਾ ਜਨੇਊ ਨਾ ਟੁੱਟਦਾ, ਨਾ ਇਸ ਨੂੰ ਮੈਲ ਲੱਗਦੀ ਹੈ, ਨਾ ਸੜਦਾ, ਨਾ ਗਵਾਚਦਾ। ਨਾ ਇਹ ਟੁੱਟੈ ਨਾ ਮਨ ਲੱਗੈ, ਨਾ ਇਹ ਜਲੈ ਨਾ ਜਾਏ। ਧਨ ਸਮਾਨਸ ਨਾਨਕਾ ਜੋ ਗਲ ਚੱਲੇ ਪਾਏ। ਬਾਬਾ ਨਾਨਕ ਜੀ ਕਹਿੰਦੇ ਆ ਉਹ ਬੰਦਾ ਭਾਗਾਂ ਵਾਲਾ ਹੈ ਜਿਸ ਨੇ ਇਹੋ ਜਿਹਾ ਜਨੇਊ ਆਪਣੇ ਗਲ ਪਾਇਆ। ਉਹੀ ਬੰਦਾ ਭਾਗਾਂ ਵਾਲਾ ਹੈ ਜਿਹਨੇ ਇਹੋ ਜਿਹਾ ਜਨੇਊ ਆਪਣੇ ਗਲ ਪਾਇਆ ਹੈ ਜਿਹੜਾ ਉਸ ਦੀ ਆਤਮਾ ਦੇ ਕੰਮ ਆਵੇ। ਸਾਰੀ ਗੁਰਬਾਣੀ 'ਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਿਸੇ ਵੀ ਧਾਰਮਿਕ ਚਿੰਨ੍ਹ ਨੂੰ ਇੰਪੋਰਟੈਂਸ ਨਹੀਂ ਦਿੱਤੀ ਗਈ। ਹਾਂ, ਜੇਕਰ ਜ਼ਿਕਰ ਆਇਆ ਤੇ ਉਹਦੀ ਐਕਸਪਲੇਨੇਸ਼ਨ ਬਾਬੇ ਨੇ ਬਹੁਤ ਚੰਗੀ ਤਰ੍ਹਾਂ, ਜਿਹਨੂੰ ਆਪਾਂ ਠੇਠ ਪੰਜਾਬੀ 'ਚ ਕਹਿੰਦੇ ਆ ਵੀ ਵੱਟ ਕੱਢ ਕੇ ਸਮਝਾਈ ਹੈ। ਆਪਾਂ ਯਾਦ ਹੋਣਾ ਇੱਕ ਸ਼ਬਦ ਵੀ ਵਿਚਾਰਿਆ ਸੀ, ਕਾਇਆ ਬ੍ਰਹਮਾ ਮਨ ਹੈ ਧੋਤੀ। ਕਾਇਆ ਬ੍ਰਹਮਾ ਮਨ ਹੈ ਧੋਤੀ, ਗਿਆਨ ਜਨੇਊ ਧਿਆਨ ਕੁਸ ਪਾਤੀ। ਹਰ ਨਾਮਾ ਜਸ ਜਾਚੋ ਨਾਉ, ਗੁਰ ਪ੍ਰਸਾਦੀ ਬ੍ਰਹਮ ਸੁਆਉ। ਪਾਂਡੇ ਐਸਾ ਬ੍ਰਹਮ ਵਿਚਾਰ, ਨਾਮੇ ਸੁਚ ਨਾਮੋ ਪੜੋ, ਨਾਮੇ ਚੱਜ ਅਚਾਰ। ਸੋ ਇੱਥੇ ਉਸੇ ਚੀਜ਼ ਦੀ ਐਕਸਪਲੇਨੇਸ਼ਨ ਹੈ। ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਬਾਬਾ ਨਾਨਕ ਕਹਿੰਦੇ ਨੇ ਉਹੀ ਮਨੁੱਖ ਭਾਗਾਂ ਵਾਲੇ ਨੇ ਜਿਹੜੇ ਇਹੋ ਜਿਹਾ ਜਨੇਊ ਆਪਣੇ ਗਲ ਪਾਉਂਦੇ ਨੇ ਜਿਹੜਾ ਉਹਨਾਂ ਦੀ ਆਤਮਾ ਦੇ ਕੰਮ ਆ ਰਿਹਾ, ਜਿਹਦੇ ਵਿੱਚ ਦਇਆ ਦੀ ਕਪਾਹ ਹੋਵੇ, ਜਿਹਦਾ ਸੂਤ ਜਿਹੜਾ ਹੈ ਸੰਤੋਖ ਦਾ ਹੋਵੇ, ਜਿਹਨੂੰ ਗੰਢਾਂ ਜਤ ਸੱਤ ਦੀਆਂ ਆਈਆਂ ਹੋਣ ਤੇ ਜਿਹਨੂੰ ਸੱਤਵਾਦੀ ਜੀਵਨ ਦਾ ਵੱਟ ਚੜਿਆ ਹੋਵੇ। ਚੌਕੜ ਮੁੱਲ ਅਣਾਇਆ, ਬਹਿ ਚੌਂਕੇ ਪਾਇਆ। ਹੁਣ ਜੋ ਜਨੇਊ ਪੰਡਿਤ ਲੈ ਕੇ ਆਇਆ ਉਹਦੀ ਰੈਸਿਪੀ ਦੱਸਣ ਲੱਗੇ ਆ ਵੀ ਉਹ ਕਰਦੇ ਕੀ ਆ। ਪੰਡਤ ਜੀ ਇਹ ਜਨੇਊ ਜੋ ਤੁਸੀਂ ਪਾ ਰਹੇ ਹੋ, ਇਹ 4 ਕੋਡਾ ਮੁੱਲ ਦੇ ਕੇ ਬਣਾਇਆ, ਉਣਿਆ।
ਤੇ ਆਪਣੇ ਜਜਮਾਨ ਨੂੰ ਤੁਸੀਂ ਚੌਂਕੇ ਵਿੱਚ ਬਿਠਾ ਕੇ ਉਹਦੇ ਗਲ ਪਾਉਣ ਦੀ ਰਸਮ ਪੂਰੀ ਕਰਦੇ ਹੋ। ਚੌਕੜ ਮੁੱਲ ਅਣਾਇਆ, ਬਹਿ ਚੌਂਕੇ ਪਾਇਆ। ਸਿੱਖਾਂ ਕੰਨ ਚੜਾਈਆ, ਗੁਰ ਬ੍ਰਾਹਮਣ ਥਿਆ। ਫਿਰ ਤੁਸੀਂ ਆਪਣੇ ਜਜਮਾਨ ਦੇ ਕੰਨ ਵਿੱਚ ਇਹ ਕਹਿ ਦਿੰਦੇ ਹੋ ਕਿ ਅੱਜ ਤੋਂ ਮੈਂ ਬ੍ਰਾਹਮਣ ਹੀ ਤੇਰਾ ਗੁਰੂ ਹੈ। ਸਿੱਖਾ ਕੰਨ ਚੜਾਈਆ, ਗੁਰ ਬ੍ਰਾਹਮਣ ਥਿਆ। ਸਿੱਖਿਆ, ਸਿੱਖਾ। ਆਪਣੇ ਜਜਮਾਨ ਦੇ ਕੰਨ ਵਿੱਚ ਇਹ ਸਿੱਖਿਆ ਦਿੰਦੇ ਹੋ ਕਿ ਮੈਂ ਬ੍ਰਾਹਮਣ ਹੀ ਤੇਰਾ ਗੁਰੂ ਹਾਂ। ਹੁਣ ਪੰਡਤ ਜੀ ਗੱਲ ਅੱਗੇ ਸੁਣੋ। ਕਹਿੰਦੇ ਵੀ ਸਮਾਂ ਪੁੱਗਣ ਤੇ ਜਜਮਾਨ ਮਰ ਗਿਆ, ਉਹ ਮੁਆ, ਉਹ ਝੜ ਪਿਆ ਤੇ ਜਨੇਊ ਉਸ ਦੀ ਚਿਖਾ ਵਿੱਚ ਹੀ ਡਿੱਗ ਕੇ ਸੜ ਗਿਆ। ਵੇਤ ਅੱਗਾ ਗਿਆ, ਪਰ ਜੀਵ ਆਤਮਾ ਦੇ ਨਾਲ ਨਾ ਗਿਆ, ਨਾ ਨਿਭਿਆ। ਭਾਵ ਉਹ ਬਿਨਾਂ ਜਨੇਊ ਹੀ ਦੁਨੀਆ ਤੋਂ ਰੁਖਸਤ ਹੋ ਗਿਆ। ਬੜੀ ਵੱਡੀ ਗੱਲ ਇੱਥੇ ਬਾਬਾ ਨਾਨਕ ਸਾਡੇ ਮਨਾਂ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਆ, ਪਾ ਰਹੇ ਆ। ਬਾਣੀ ਅਟਲ ਹੈ, ਪਰ ਹੁਣ ਇਹੋ ਜਿਹੇ ਗਿਆਨ ਨੂੰ ਆਪਾਂ ਪੜ੍ਹ ਕੇ ਲੰਘਾ ਦਾਂਗੇ, ਸਿੱਖਿਆ ਕੀ ਲਵਾਂਗੇ ਉਸ ਤੋਂ? ਇੱਥੇ ਇਹ ਸ਼ਲੋਕ ਕਲੋਜ਼ ਹੋ ਗਿਆ। ਸੋ ਇਹ ਸ਼ਲੋਕ ਸਾਰ ਕੀ ਹੋਇਆ ਇਹਦਾ? ਜਨੇਊ ਜਿਹੜਾ ਹੈ, ਧਾਰਮਿਕ ਚਿੰਨ੍ਹ ਜਿਹਨੂੰ ਆਪਾਂ ਕਹਿ ਲਈਏ, ਜੋ ਸਨਾਤਨ ਜਾਂ ਹਿੰਦੂ ਮਤ ਵਿੱਚ ਬਹੁਤ ਵੱਡੀ ਰਸਮ ਮੰਨੀ ਜਾਂਦੀ ਹੈ। ਬਾਬਾ ਨਾਨਕ ਆਪਣੇ ਸ਼ਬਦਾਂ ਦੇ ਵਿੱਚ, ਆਪਣੇ ਲਫ਼ਜ਼ਾਂ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਦਇਆ ਰੂਪੀ ਕਪਾਹ ਚਾਹੀਦੀ ਹੈ। ਜਿਹੜਾ ਸੂਤ ਹੈ ਉਹ ਸੰਤੋਖ ਦਾ ਚਾਹੀਦਾ ਹੈ, ਜਤ ਸਤ ਦੀਆਂ ਗੰਢਾਂ ਚਾਹੀਦੀਆਂ ਨੇ, ਸਤਵਾਦੀ ਜੀਵਨ ਦਾ ਵੱਟ ਚਾਹੀਦਾ। ਇਹ ਚੀਜ਼ਾਂ ਸਾਡੀ ਆਤਮਾ ਦੇ ਕੰਮ ਆਉਣ ਵਾਲੀਆਂ ਨੇ। ਜੇ ਇਹੋ ਜਿਹਾ ਜਨੇਊ ਨਾ ਟੁੱਟੂਗਾ, ਨਾ ਉਹਨੂੰ ਮੈਲ ਲੱਗੂ, ਨਾ ਉਹਨੂੰ ਅੱਗ ਸਾੜ ਸਕਦੀ ਹੈ, ਨਾ ਉਹ ਗਵਾਚੇਗਾ। ਬਾਬਾ ਨਾਨਕ ਹੋਰ ਕਹਿੰਦੇ ਨੇ ਕਿ ਉਹ ਬੰਦੇ ਭਾਗਾਂ ਵਾਲੇ ਨੇ ਜੋ ਇਹੋ ਜਿਹਾ ਜਨੇਊ ਗਲ ਚ ਪਾ ਕੇ ਰੱਖਦੇ ਆ। ਹੁਣ ਜਿਹੜਾ ਜਨੇਊ ਪੰਡਤ ਜੀ ਤੁਸੀਂ ਲੈ ਕੇ ਆਏ ਹੋ, ਇਹ 4 ਕੌਡੀਆਂ ਮੁੱਲ ਦੇ ਕੇ ਬਣਾਇਆ ਤੇ ਆਪਣੇ ਜਜਮਾਨ ਨੂੰ ਚੌਂਕੇ 'ਚ ਬਿਠਾ ਕੇ ਉਹਦੇ ਗਲ ਪਾਉਣ ਦੀ ਰਸਮ ਅਦਾ ਕਰ ਰਹੇ ਹੋ। ਫਿਰ ਆਪਣੇ ਜਜਮਾਨ ਦੇ ਕੰਨ ਵਿੱਚ ਸਿੱਖਿਆ ਦੇ ਰਹੇ ਹੋ ਕਿ ਅੱਜ ਤੋਂ ਮੈਂ ਬ੍ਰਾਹਮਣ ਹੀ ਤੇਰਾ ਗੁਰੂ ਹਾਂ। ਸਮਾਂ ਲੰਘਿਆ, ਜਜਮਾਨ ਮਰ ਗਿਆ ਤੇ ਜਨੇਊ ਜਿਹੜਾ ਸੀ ਉਹਦੀ ਚਿਖਾ ਦੇ ਵਿੱਚ ਹੀ ਡਿੱਗ ਕੇ ਸੜ ਗਿਆ, ਪਰ ਜੀਵ ਆਤਮਾ ਦੇ ਨਾਲ ਨਹੀਂ ਗਿਆ, ਨਾ ਨਿਭਿਆ। ਉਹ ਜਜਮਾਨ ਬਿਨਾਂ ਜਨੇਊ ਤੋਂ ਹੀ ਦੁਨੀਆ ਤੋਂ ਰੁਖਸਤ ਹੋ ਗਿਆ। ਇੱਥੇ ਸ਼ਲੋਕ ਕਲੋਜ਼ ਹੋ ਗਿਆ। ਅਗਲਾ ਸ਼ਲੋਕ ਦੇਖੀਏ। ਮਹੱਲਾ ਪਹਿਲਾ। ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨਸ ਜੀ ਨਾਲ। ਮਨੁੱਖ ਲੱਖਾਂ ਚੋਰੀਆਂ ਤੇ ਬਦਚਲਨੀਆਂ ਕਰਦਾ ਹੈ, ਲੱਖਾਂ ਝੂਠ ਬੋਲਦਾ ਹੈ ਤੇ ਗਾਲਾਂ ਕੱਢਦਾ।
दिन रात लोकां तो चोरी चोरी जान बुझ के ਲੱਖਾਂ ਹੀ ਠੱਗੀਆਂ ਤੇ ਬੇਈਮਾਨੀਆਂ ਕਰਦਾ ਹੈ। ਪਹਿਨਾਮੀ ਲੱਖ ਠੱਗੀਆਂ ਪਹਿਨਾਮੀਆਂ ਅਮਾਨਤ ਵਿੱਚ ਖਿਆਨਤ। ਪਹਿਨਾਮੀ ਉਹਦੇ ਲਈ ਲਫ਼ਜ਼ ਵਰਤਿਆ ਬਾਬੇ ਨਾਨਕ ਨੇ। ਉਹ ਅਮਾਨਤ ਵਿੱਚ ਖਿਆਨਤ ਕੀ ਹੈ ਵੀ ਮੈਂ ਕਿਸੇ ਨੂੰ ਪੈਸੇ ਦਿੱਤੇ ਵੀ ਆ $1000 ਹੈ ਆਪਣੇ ਕੋਲ ਰੱਖ ਲਓ, ਜਦੋਂ ਲੋੜ ਪਈ ਮੈਂ ਤੁਹਾਡੇ ਤੋਂ ਲੈ ਲੂੰ। ਸਾਲ ਬਾਅਦ ਮੈਂ ਉਹਦੇ ਕੋਲੋਂ ਮੰਗਣ ਗਿਆ ਤੇ ਉਹ ਮੈਂ ਕਿਹਾ ਵੀ $1000 ਦੇ ਦਿਓ, ਕਹਿੰਦਾ ਵੀ ਕਿਹੜੇ $1000, ਮੈਂ ਤੇ ਲਏ ਨਹੀਂ ਤੁਹਾਡੇ ਤੋਂ। ਇਸ ਚੀਜ਼ ਨੂੰ ਕਹਿੰਦੇ ਅਮਾਨਤ ਵਿੱਚ ਖਿਆਨਤ। ਪਹਿਨਾਮੀ ਸ਼ਬਦ ਵਰਤਿਆ ਬਾਬੇ ਨੇ। ਸੋ ਮਨੁੱਖ ਲੱਖਾਂ ਚੋਰੀਆਂ ਤੇ ਬਦਚਲਨੀਆਂ ਕਰਦਾ ਹੈ, ਲੱਖਾਂ ਝੂਠ ਬੋਲਦਾ ਹੈ ਤੇ ਗਾਲਾਂ ਕੱਢਦਾ। ਦਿਨ ਰਾਤ ਲੋਕਾਂ ਤੋਂ ਚੋਰੀ ਚੋਰੀ ਜਾਣ ਬੁੱਝ ਕੇ ਲੱਖਾਂ ਹੀ ਠੱਗੀਆਂ ਤੇ ਬੇਈਮਾਨੀਆਂ ਕਰਦਾ। ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨਸ ਜੀ ਨਾਲ। ਅੱਗੇ ਦੇਖੋ, ਤੱਗ ਕਪਾਉ ਕੱਤੀਐ ਬਾਹਮਣ ਵੱਟੇ ਆਏ। ਸਿੰਬਲੀ ਦੇਖੋ, ਸਿੰਬਲੀ ਚੀਜ਼ ਨੂੰ ਕਿੱਥੇ ਲੈ ਕੇ ਆ ਰਹੇ ਬਾਬਾ ਨਾਨਕ। ਕਹਿੰਦੇ ਕਪਾਹ ਲਿਆ ਕੇ ਵੇਲ ਕੇ ਪਿੰਜ ਕੇ ਧਾਗਾ ਕੱਤਿਆ ਜਾਂਦਾ। ਇਹ ਪ੍ਰੋਸੈਸ ਹੈ ਉਹਦਾ। ਤੱਗ ਕਪਾਹ ਹੂੰ। ਇੱਥੇ ਧਿਆਨ ਦਿਓ, ਕਪਾਹ ਹਾਹੇ ਨੂੰ ਅੱਗੇ ਦੋ ਹਾਹੇ ਪਾ ਕੇ ਇੱਕ ਹਾਹੇ ਨੂੰ ਔਂਕੜ, ਤੱਗ ਕਪਾਹ ਹੂੰ ਕੱਤੀ ਹੈ। ਇਹਦਾ ਮਤਲਬ ਕਪਾਹ ਤੋਂ ਭਾਵ ਕਪਾਹ ਲਿਆ ਕੇ ਵੇਲ ਕੇ ਪਿੰਜ ਕੇ ਧਾਗਾ ਕੱਤਿਆ ਜਾਂਦਾ ਤੇ ਬ੍ਰਾਹਮਣ ਜਜਮਾਨ ਦੇ ਘਰ ਜਾ ਕੇ ਉਸ ਧਾਗੇ ਨੂੰ ਵੱਟ ਦਿੰਦਾ। ਤੱਗ ਕਪਾਹੋਂ ਕੱਤੀ ਹੈ ਬਾਹਮਣ ਵੱਟੇ ਆਏ, ਕੋਏ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ। ਹੁਣ ਇੱਕ ਸੈਰੇਮਨੀ ਹੈ, ਉਸ ਸੈਰੇਮਨੀ ਦੇ ਵਿੱਚ ਜਜਮਾਨ ਦੇ ਘਰ ਬੱਕਰਾ ਮਾਰ ਕੇ ਰਿਨ ਕੇ ਸਾਰੇ ਆਏ ਹੋਏ ਪ੍ਰਾਹੁਣਿਆਂ ਨੂੰ ਅੰਗਾਂ ਸਾਕਾਂ ਨੂੰ ਖਵਾਇਆ ਜਾਂਦਾ ਤੇ ਫਿਰ ਜਨੇਊ ਦੀ ਰਸਮ ਖਤਮ ਹੋਣ ਤੇ ਪੰਡਤ ਸਾਰਿਆਂ ਨੂੰ ਇਉਂ ਸੰਬੋਧਿਤ ਹੁੰਦੇ ਨੇ, ਕੋਏ ਬੱਕਰਾ ਰਿਨ ਖਾਇਆ। ਕੋਹ ਕੇ ਬੱਕਰਾ ਮਾਰ ਕੇ ਉਹਨੂੰ ਰਿੰਨ ਕੇ ਖਾਂਦੇ ਆ ਜਿੰਨੇ ਵੀ ਪ੍ਰਾਹੁਣੇ ਆਏ ਹੁੰਦੇ ਆ ਉਸ ਸੈਰੇਮਨੀ ਦੇ ਵਿੱਚ। ਹੋਏ ਪੁਰਾਣਾ ਸੁੱਟੀ ਹੈ ਭੀ ਫਿਰ ਪਾਈ ਹੈ ਹੋਰ, ਨਾਨਕ ਤੱਗ ਨਾ ਟੁੱਟੇ ਜੇ ਤੱਗ ਹੋਵੇ ਜੋਰ। ਸੋ ਉਹ ਸੈਰੇਮਨੀ ਦੇ ਵਿੱਚ ਜਦੋਂ ਇਹ ਬੱਕਰਾ ਮਾਰ ਕੇ ਸਾਰੇ ਪ੍ਰਾਹੁਣਿਆਂ ਨੂੰ ਅੰਗਾਂ ਸਾਕਾਂ ਨੂੰ ਖਵਾਇਆ ਜਾਂਦਾ ਹੈ, ਰਸਮ ਖਤਮ ਹੋਣ ਤੇ ਪੰਡਤ ਸਾਰਿਆਂ ਨੂੰ ਇਉਂ ਸੰਬੋਧਿਤ ਹੁੰਦੇ ਨੇ ਕਿ ਜਨੇਊ ਪੈ ਗਿਆ, ਜਨੇਊ ਪੈ ਗਿਆ। ਸਭ ਕੋ ਆਖੇ ਪਾਏ, ਕੋ ਬੱਕਰਾ ਰਿਨ ਖਾਇਆ ਸਭ ਕੋ ਆਖੇ, ਅਨਾਉਂਸ ਕਰਦਾ ਉਹ ਸਾਰਿਆਂ ਨੂੰ ਕਹਿੰਦਾ ਵੀ ਇਹ ਰਸਮ ਅਦਾ ਹੋ ਗਈ। ਕਿਉਂਕਿ ਭੀੜ ਹੁੰਦੀ ਸੀ, ਲੋਕ ਇਕੱਠੇ ਹੋਏ ਹੁੰਦੇ ਸੀ ਔਰ ਸਾਰੇ ਉਸ ਰਸਮ ਨੂੰ ਦੇਖ ਨਹੀਂ ਸੀ ਸਕਦੇ। ਕਈ ਵਾਰੀ ਕਈ ਬੰਦੇ ਪਿੱਛੇ ਰਹਿ ਜਾਂਦੇ ਸੀ, ਤਾਂ ਕਰਕੇ ਫਿਰ ਉਹ ਬ੍ਰਾਹਮਣ ਜਿਹੜਾ ਹੈ ਉਹ ਅਨਾਉਂਸ ਕਰਦਾ ਸੀ ਸਭ ਕੋ ਆਖੇ ਪਾਏ। ਉਹ ਅਨਾਉਂਸ ਕਰਦੇ ਸੀ ਕਿ ਐਲਾਨ ਕਰਦੇ ਸੀ ਜਨੇਊ ਪੈ ਗਿਆ, ਜਨੇਊ ਪੈ ਗਿਆ। ਹੋਏ ਪੁਰਾਣਾ ਸੁੱਟੀ ਹੈ ਭੀ ਫਿਰ ਪਾਈ ਹੈ ਹੋਰ। ਫਿਰ ਜਦੋਂ ਇਹ ਪੁਰਾਣਾ ਹੋ ਜਾਂਦਾ ਹੈ ਤਾਂ ਸੁੱਟ ਦਿੱਤਾ ਜਾਂਦਾ, ਇਹਦੀ ਥਾਂ ਤੇ ਨਵਾਂ ਪਾ ਦਿੱਤਾ ਜਾਂਦਾ, ਕਿਉਂਕਿ ਉਹ ਇੰਪੋਰਟੈਂਟ ਧਾਰਮਿਕ ਚਿੰਨ੍ਹ ਜੋ ਹੈ ਉਹਨੂੰ ਸੁੱਟ ਕੇ ਫਿਰ ਨਵਾਂ ਪਾ ਲਿਆ ਜਾਂਦਾ। ਨਾਨਕ ਜੋਤ ਕੀ ਕਹਿੰਦੀ ਹੈ ਹੁਣ, ਸ਼ਲੋਕ ਕਲੋਜ਼ ਕਹਿੰਦੇ ਆ, ਕਲੋਜ਼ ਕਰਦੇ ਆ, ਜੋ ਜਨੇਊ ਜੀਵ ਆਤਮਾ ਨੂੰ ਪਰਮਾਤਮਾ ਨਾਲ ਜੋੜਦਾ ਹੈ ਉਹੀ ਪੱਕਾ ਹੈ, ਬਲ ਵਾਲਾ ਹੈ ਤੇ ਕਦੀ ਨਹੀਂ ਟੁੱਟਦਾ। ਨਾਨਕ ਤੱਗ ਨਾ ਟੁੱਟੇ ਜੇ ਤੱਗ ਹੋਵੇ ਜੋਰ।
ਐਸਾ ਜ਼ੋਰ ਵਾਲਾ ਬਲ ਵਾਲਾ ਜਨੇਊ ਜਿਹੜਾ ਹੈ ਉਹ ਕਦੀ ਨਹੀਂ ਟੁੱਟਦਾ। ਉਹ ਬਲ ਵਾਲਾ ਜਨੇਊ ਕਿਹੜਾ ਹੈ? ਜਿਹੜਾ ਦਇਆ ਰੂਪੀ ਕਪਾਹ ਤੋਂ ਬਣਿਆ, ਜਿਹਨੂੰ ਸੰਤੋਖ ਦਾ ਸੂਤ ਲੱਗਿਆ, ਜਿਹਨੂੰ ਜਤ ਸੱਤ ਦੀਆਂ ਗੰਢਾਂ ਆਈਆਂ ਨੇ, ਜੋ ਸਤਵਾਦੀ ਜੀਵਨ ਦੇ ਵੱਟ ਨਾਲ ਸ਼ਿੰਗਾਰਿਆ ਹੋਇਆ। ਕਿਉਂਕਿ ਇਹ ਚੀਜ਼ਾਂ ਸਾਡੀ ਆਤਮਾ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਨੇ। ਬਾਬਾ ਨਾਨਕ ਫਿਰ ਉਹਨੂੰ ਕਹਿੰਦੇ ਹੈ ਕਿ ਨਾਨਕ ਤਗ ਨ ਟੁੱਟੇ ਜੇ ਤਗ ਹੋਵੇ ਜ਼ੋਰ। ਇਹ ਜਨੇਊ ਜੋ ਆਤਮਾ ਨੂੰ ਉਸ ਪਰਮਾਤਮਾ ਨਾਲ ਜੋੜਦਾ ਹੈ, ਉਹੀ ਪੱਕਾ ਹੈ ਔਰ ਉਹੀ ਤਾਕਤਵਰ ਹੈ, ਉਹੀ ਬਲ ਵਾਲਾ ਹੈ, ਉਹਦੇ 'ਚ ਹੀ ਜ਼ੋਰ ਹੈ। ਇੱਥੇ ਦੂਜਾ ਸ਼ਲੋਕ ਕਲੋਜ਼ ਹੁੰਦਾ। ਹੁਣ ਇਹ ਚੀਜ਼ ਨੂੰ ਇਸ ਨਾਲ ਕਿਉਂ ਜੋੜਿਆ ਗਿਆ? ਜਿਹੜੀਆਂ ਪਹਿਲੀਆਂ ਦੋ ਲਾਈਨਾਂ ਨੇ, ਨੋਟਿਸ ਕਰੋ, ਇਹ ਸਬਜੈਕਟ ਨਾਲੋਂ ਵੱਖਰੀਆਂ ਚਲੀਆਂ ਗਈਆਂ। ਜਿਹੜਾ ਮਹੱਲੇ ਪਹਿਲੇ ਦਾ ਸ਼ਲੋਕ ਸ਼ੁਰੂ ਹੋਇਆ, ਗੱਲ ਤੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇੱਥੇ ਵੀ ਆ ਦੋ ਲੈਣਾ ਛੱਡ ਕੇ ਤਗ ਕਪਾਹੋਂ ਕੱਤੀਆ ਬਾਹਮਣ ਵੱਟੇ ਆਏ ਕੋ ਬੱਕਰਾ ਰਿਨ ਖਾਇਆ, ਉਸੇ ਸੈਰੇਮਨੀ ਨੂੰ ਐਕਸਪਲੇਨ ਕਰ ਰਹੇ ਆ। ਹੁਣ ਆਹ ਦੋ ਲੈਣਾ ਕਿੱਥੋਂ ਆ ਗਈਆਂ? ਇਹਨਾਂ ਦਾ ਇਹਦੇ ਨਾਲ ਕੀ ਲਿੰਕ ਹੈ? ਲਿੰਕ ਇਹਦੇ ਨਾਲ ਇਹ ਹੈ, ਬੰਦਾ ਲੱਖਾਂ ਚੋਰੀਆਂ ਤੇ ਬਦ ਚਲਨੀਆਂ ਕਰਦਾ, ਲੱਖਾਂ ਝੂਠ ਬੋਲਦਾ, ਗਾਲਾਂ ਕੱਢਦਾ, ਦਿਨ ਰਾਤ ਲੋਕਾਂ ਤੋਂ ਚੋਰੀ ਚੋਰੀ ਜਾਣ ਬੁੱਝ ਕੇ ਲੱਖਾਂ ਠੱਗੀਆਂ ਤੇ ਬੇਈਮਾਨੀਆਂ ਕਰਦਾ, ਪਰ ਉਹ ਸਕਿੰਟਾਂ 'ਚ ਹੀ ਪਵਿੱਤਰ ਹੋ ਜਾਂਦਾ ਹੈ ਜਦੋਂ ਉਹ ਧਾਰਮਿਕ ਚਿੰਨ੍ਹ ਪਾ ਲੈਂਦਾ। ਦੇਖ ਲਓ, ਇਹ ਜਿਹੜੀਆਂ ਚੀਜ਼ਾਂ ਨੇ, ਚੋਰੀਆਂ ਜਾਰੀਆਂ, ਲੱਖ ਜਾਰੀਆਂ, ਇਹ ਵੱਧ ਚੱਲਣੀਆਂ ਨੇ। ਵੱਧ ਚੱਲਣੀਆਂ, ਲੱਖਾਂ ਚੋਰੀਆਂ, ਵੱਧ ਚੱਲਣੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖਾਂ ਹੀ ਝੂਠ, ਲੱਖ ਗਾਲਾਂ ਕੱਢਣੀਆਂ। ਐਸੇ ਬੰਦੇ ਨੂੰ 20 ਮਿੰਟ ਦੀ ਰਸਮ ਜਿਹੜੀ ਉਹ ਧਾਰਮਿਕ ਚਿੰਨ੍ਹ ਪਵਾ ਦਿੰਦੇ ਆ ਤੇ ਉਦੋਂ ਬਾਅਦ ਕਹਿੰਦੇ ਜੀ ਬੰਦਾ ਪਵਿੱਤਰ ਹੋ ਗਿਆ। ਬਾਬਾ ਨਾਨਕ ਕ੍ਰਾਸ ਫੇਰਦਾ ਇਸ ਚੀਜ਼ ਤੇ, ਕਹਿੰਦਾ ਉਹ ਗਾਂਹ ਜਾਓ। ਇਹ ਕਿੱਦਾਂ ਹੋ ਗਿਆ? ਤਗ ਕਪਾਹੋਂ ਕੱਤੀਆ ਬਾਹਮਣ ਵੱਟੇ ਆਏ ਕੋ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪ੍ਰਾਣਾ ਸੁੱਟੀਆ ਭੀਫਰ ਪਾਈਆ ਹੋਰ ਨਾਨਕ ਤਗ ਨਾ ਟੁੱਟੀ ਜੇ ਤਗ ਹੋਵੇ ਜ਼ੋਰ। ਸ਼ਲੋਕ ਕਲੋਜ਼ ਕਰਕੇ ਨਿਸ਼ਾਨੀ ਦੇ ਦਿੱਤੀ। ਨਾਨਕ ਜੋਤ ਕੀ ਕਹਿੰਦੀ ਹੈ ਕਿ ਉਹ ਜਨੇਊ ਜੋ ਜੀਵ ਆਤਮਾ ਨੂੰ ਪਰਮਾਤਮਾ ਨਾਲ ਜੋੜਦਾ ਹੈ, ਉਹੀ ਪੱਕਾ ਹੈ, ਉਹੀ ਤਾਕਤਵਰ ਹੈ, ਉਹੀ ਕਦੇ ਨਹੀਂ ਟੁੱਟੇਗਾ, ਜਿਹੜਾ ਦਇਆ ਰੂਪੀ ਕਪਾਹ ਤੋਂ ਬਣਿਆ ਹੋਏ, ਸੰਤੋਖ ਦਾ ਸੂਤ ਹੋਏ, ਜਤ ਸੱਤ ਦੀਆਂ ਗੰਢਾਂ ਹੋਣ, ਸੱਤਵਾਦੀ ਜੀਵਨ ਦਾ ਵੱਟ ਚੜਿਆ ਹੋਵੇ। ਗੱਲ ਸਾਰੀ ਮਨ ਤੇ ਆ ਕੇ ਢੁਕਣੀ ਹੈ। ਜੇ ਆਹ ਚੀਜ਼ਾਂ ਮਨ ਦੇ ਵਿੱਚ ਚੱਲ ਰਹੀਆਂ ਨੇ ਤੇ ਜਨੇਊ ਭਾਵੇਂ 25 ਪਾ ਲਓ, ਉਸ ਪਰਮ ਆਤਮਾ ਨੂੰ ਨਾ ਕਦੇ ਜਾਣਿਆ ਜਾ ਸਕੂਗਾ, ਨਾ ਹੀ ਉਹਦੇ ਨਾਲ ਜੁੜਿਆ ਜਾ ਸਕੂਗਾ। ਕਹਿਣ ਤੋਂ ਭਾਵ, ਮੈਂ ਬੜੀ ਵਾਰੀ ਰਿਪੀਟ ਕਰਦਾ ਕਿ ਓਨੈਸਟੀ ਭਰਿਆ ਜੀਵਨ, ਲਾਈਫ ਸਟਾਈਲ ਬਹੁਤ ਜ਼ਰੂਰੀ ਹੈ। ਦਇਆ ਬੜੀ ਜ਼ਰੂਰੀ ਹੈ, ਸੰਤੋਖ ਬਹੁਤ ਜ਼ਰੂਰੀ ਹੈ, ਜਤ ਸਤ ਬਹੁਤ ਜ਼ਰੂਰੀ ਹੈ। ਜੇ ਇਹ ਚੀਜ਼ਾਂ ਨਹੀਂ ਹੈ ਤੇ ਚਿੰਨ੍ਹ ਭਾਵੇਂ 25 ਪਾ ਲਓ, ਕੋਈ ਫਰਕ ਨਹੀਂ। ਇਹ ਤਾਂ ਇੰਪੋਰਟੈਂਸ ਸੀ ਇਸ ਬਾਣੀ ਦੀ। ਗੱਲਾਂ ਦੇਖੋ ਕਿੰਨੀਆਂ
ਠੋਕ ਠੋਕ ਕੇ ਬਾਬੇ ਨਾਨਕ ਨੇ ਕੀਤੀਆਂ। ਬਣਾਈ ਜਾਓ ਭੇਖ, ਪਾਈ ਜਾਓ ਵੇਸ, ਪਾਈ ਜਾਓ ਚਿੰਨ। ਜੇਕਰ ਆਤਮਾ ਦਾ ਉਸ ਪਰਮਾਤਮਾ ਦੇ ਨਾਲ ਸੰਬੰਧ ਨਹੀਂ ਹੈ, ਅੰਦਰ ਦਇਆ ਨਹੀਂ ਹੈ, ਅੰਦਰ ਸੰਤੋਖ ਨਹੀਂ ਹੈ, ਅੰਦਰ ਜਤ ਸਤ ਨਹੀਂ ਹੈ, ਸਤਵਾਦੀ ਜੀਵਨ ਨਹੀਂ ਹੈ, करी जाओ मुबारक। होर अगे चलिए। महला पहला, ये तीसरा श्लोक है। नाय मन्ने पत उपजै सालाही सच सूत। करते पुरख दी दरगाह विच पंच प्रवान उदों ही होईदा जदों गुरमुख सिस्टम दे जरिए बंदगी करके मन्नण दी अवस्था तक पहुंचीदा। करते पुरख दी इबादत ही सुच्चा जनेऊ है। देता रिजल्ट नाय मन्निया पत उपजै। नाम जपदे जपदे जदों मन्नण दी अवस्था आएगी, गुरमुख सिस्टम दे जरिए लख लख गेड़ा आखिए एक नाम जगदीश एत राहे पत। पवड़ियां चढ़िए होई कीस, नानक मन्निया पत उपजै सालाही सच सूत। वाहिगुरु 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 वाहिगुरु। कपाह तो कत्ते होए सूत्र दा जनेऊ पा के उस करते पुरख दे दर ते सुरखरू होण दी आस छड्ड दिओ। व्यर्थ है। करते पुरख दी दरगाह च उदों ही आदर मिलना है जदों गुरमुख सिस्टम दे तहत बंदगी कीती जाएगी, मन्नण दी अवस्था तक पहुंचांगे, पंच प्रवान होवांगे। सो उस एक अकाल पुरख दी इबादत ही सुच्चा जनेऊ है। दरगाह अंदर पाइए तग न टूटस पूत। इहो जिहा सुच्चा जनेऊ धारण कीतियां दरगाह विच माण मिलदा। ते इह जिहड़ा जनेऊ है ये कदी टुटदा नहीं। तग न टूटस पूत। पूत पूत दा मतलब पवित्र। देख लो लफज किदां दे, इन्हां नूं बड़े ध्यान नाल समझना है। ये पुत्र लफ्ज नहीं है, ना ही पूत लिखिया है, ना ही ये पुत है। ये पूत दा मतलब है पवित्र, सुच्चा। दरगाह अंदर पाई है तग न टूटस पूत। जेकर अंदर दया होएगी, संतोख होएगा, जत सत होएगा, सतवादी जीवन होएगा, इहो जिहा जनेऊ धारण कीतियां करते पुरख दी दरगाह दे विच माण मिलूगा और इहो जिहा पवित्र जनेऊ कदे टुटेगा भी नहीं। इत्थे तीसरा श्लोक क्लोज हो गया। सारे श्लोक आपस च रिलेटेड ने। असीं अगे चलिए। महला पहला ये आ गया चौथा श्लोक। हुण थोड़ी जी इहदी होर एक्सप्लेनेशन शुरू करदे आ बाबा नानक। तग ना इंद्री तग ना नारी भलके थुक पवै नित दाड़ी। हुण ये जिहड़ा जनेऊ पाउण आउंदा है,
पंडित या ब्राह्मण हुणे ਉਹਦੇ ਤੇ ਪਲਸਤਰ ਫੇਰਨ ਲੱਗੇ ਬਾਬਾ ਚੰਗੀ ਤਰ੍ਹਾਂ ਦੁਨਿਆਵੀ ਬੁਰਾਈਆਂ ਨੂੰ ਦੱਸਣ ਲੱਗਿਆ। ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ। ਪੰਡਿਤ ਜੀ ਨੇ ਆਪਣੇ ਗਲ ਵਿੱਚ ਐਸਾ ਜਨੇਊ ਨਹੀਂ ਪਾਇਆ ਜੋ ਕਰਮ ਇੰਦਰੀਆਂ ਤੇ ਸਾਹ ਰਗ ਸੰਗ ਹੁਣੇ ਦੱਸਦੇ ਆ ਸੰਗ ਨੂੰ ਵਿਕਾਰਾਂ ਵੱਲ ਜਾਣ ਤੋਂ ਰੋਕ ਲਵੇ। ਸਾਹ ਰਗ ਤਗ ਨਾ ਇੰਦਰੀ ਤਗ ਨਾ ਨਾਰੀ। ਪੰਡਿਤ ਜੀ ਨੇ ਆਪਣੇ ਗਲ 'ਚ ਐਸਾ ਜਨੇਊ ਨਹੀਂ ਪਾਇਆ ਜੋ ਕਰਮ ਇੰਦਰੀਆਂ ਤੇ ਕੰਟਰੋਲ ਕਰਦਾ ਹੋਵੇ। ਸਾਹ ਰਗ ਤਗ ਨਾ ਨਾਰੀ। ਹੁਣ ਇਹ ਸੰਗ ਨੂੰ ਕਿਹਾ ਸੰਗ ਦਾ ਮਤਲਬ ਜਿਹੜਾ ਸ਼ਾਹ ਰਾਗ ਹੈ ਉਹਦਾ ਸਿੱਧਾ ਰਿਲੇਸ਼ਨ ਜਿਹੜਾ ਹੈ ਉਹ ਖਾਣ ਪੀਣ ਦੇ ਨਾਲ ਹੈ। ਕਰਮ ਇੰਦਰੀਆਂ ਤੇ ਕੰਟਰੋਲ ਨਹੀਂ। ਤਗ ਕੰਟਰੋਲ ਤਗ ਜਨੇਊ ਨੂੰ ਕਿਹਾ ਲੇਕਿਨ ਇੱਥੇ ਇਹ ਕੰਟਰੋਲ ਦੇ ਕਰਕੇ ਸ਼ਬਦ ਵਰਤਿਆ ਗਿਆ। ਕਰਮ ਇੰਦਰੀਆਂ ਤੇ ਕੰਟਰੋਲ ਨਹੀਂ ਤੇ ਦੂਜੇ ਪਾਸੇ ਜਿਹੜੀ ਸ਼ਾਹ ਰਗ ਹੈ ਉਹਦੇ ਤੇ ਕੋਈ ਕੰਟਰੋਲ ਨਹੀਂ। ਉਹ ਖਾਣ ਪੀਣ ਤੇ ਕੋਈ ਕੰਟਰੋਲ ਨਹੀਂ। ਇੰਨਾ ਖਾਂਦੇ ਪੀਂਦੇ ਸੀ ਸ਼ਰਾਧ ਜਿਹੜੇ ਜਾਂ ਹੋਰ ਵੀ ਕੋਈ ਵੀ ਸੈਰੇਮਨੀ ਕਰਨੀ ਹੈ ਪੰਡਿਤ ਜੀ ਦਾ ਖਾਣਾ ਜਿਹੜਾ ਉਹ ਸਪੈਸ਼ਲ ਖੀਰ ਮਾਲ ਪੂੜੇ ਹੋਰ 36 ਪਦਾਰਥ। ਅੱਗੇ ਲਿਖਿਆ ਭਲਕੇ ਥੁੱਕ ਪਵੇ ਨਿਤ ਦਾੜੀ। ਇੰਨਾ ਖਾ ਕੇ ਉਹ ਸੌਂਦੇ ਸੀ ਤੇ ਮੂੰਹ ਦੇ ਵਿੱਚੋਂ ਪੰਜਾਬੀ ਬੋਲੀ ਚ ਕਹਿੰਦੇ ਆ ਕਈਆਂ ਨੂੰ ਸਮਝ ਆ ਜਾਣਾ ਵੀ ਘਰਾਲਾਂ ਵਗੀਆਂ ਹੁੰਦੀਆਂ ਸੀ ਸਵੇਰੇ। ਉਹ ਥੁੱਕ ਜਿਹੜਾ ਹੈ ਉਹਦੀ ਦਾੜੀ 'ਚ ਡਿੱਗਿਆ ਹੁੰਦਾ ਸੀ ਕਿਉਂਕਿ ਖਾ ਕੇ ਫਿਰ ਸੌ ਜਾਣਾ ਉਹਨਾਂ ਨੇ। ਦੇਖੋ ਕਿੱਡੀ ਕਟਾਕਸ਼ ਮਾਰੀ ਬਾਬੇ ਨਾਨਕ ਨੇ। ਔਰ ਇਹ ਫਿਰ ਸਨਾਤਨ ਨੂੰ ਬਾਬਾ ਨਾਨਕ ਕਿੱਥੋਂ ਬਰਦਾਸ਼ਤ ਹੋਣਾ ਸੀ ਇਹੋ ਜਿਹੀਆਂ ਗੱਲਾਂ। ਤਗ ਨਾ ਇੰਦਰੀ ਆਪਣੇ ਕਰਮ ਇੰਦਰੀਆਂ ਤੇ ਕੰਟਰੋਲ ਨਹੀਂ ਹੈ। ਸਾਰਾ ਕੁਝ ਆ ਗਿਆ ਇਹਦੇ ਚ ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹਨਾਂ ਦੇ ਆਪਣੇ ਗ੍ਰੰਥ ਨੇ ਉਹਨਾਂ ਚ ਲਿਖਿਆ ਹੈ ਕਿ ਨੀਵੀਂ ਜ਼ਾਤ ਦਾ ਜਦੋਂ ਕੋਈ ਬੰਦਾ ਸ਼ਾਦੀ ਕਰਕੇ ਘਰ ਦੀ ਨੂੰ ਵਿਆਹ ਕੇ ਲੈ ਕੇ ਆਉਂਦਾ ਸੀ ਉਸ ਤਰ੍ਹਾਂ ਨੀਵੀਂ ਜ਼ਾਤ ਦੇ ਲੋਕਾਂ ਨਾਲ ਨਫ਼ਰਤ ਹੈ ਇਹਨਾਂ ਨੂੰ। ਘੜੇ ਚੋਂ ਪਾਣੀ ਨਹੀਂ ਪੀਣ ਦੇਣਾ, ਚੀਜ਼ਾਂ ਨੂੰ ਹੱਥ ਨਾ ਲਾਉਣ ਦੇਣਾ, ਚੌਂਕੇ 'ਚ ਨਾ ਜਾਣ ਦੇਣਾ। ਪਰ ਜਦੋਂ ਕੋਈ ਨੀਵੀਂ ਜ਼ਾਤ ਦਾ ਬੰਦਾ ਇਸਤਰੀ ਵਿਆਹ ਕੇ ਲੈ ਕੇ ਆਉਂਦਾ ਸੀ ਉਸ ਇਸਤਰੀ ਨੂੰ ਪਹਿਲੀ ਰਾਤ ਉਹ ਬ੍ਰਾਹਮਣ ਦੇ ਨਾਲ ਗੁਜ਼ਾਰਨੀ ਪੈਂਦੀ ਸੀ ਜਿਹੜਾ ਪਿੰਡ ਦੇ ਵਿੱਚ ਬ੍ਰਾਹਮਣ ਹੁੰਦਾ ਸੀ। ਸੋ ਇੰਦਰੀਆਂ ਤੇ ਕੋਈ ਕੰਟਰੋਲ ਨਹੀਂ ਉਹਨਾਂ ਦਾ। ਉਹਨਾਂ ਨੇ ਆਪਣੇ ਫਾਇਦੇ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਾਈਆਂ ਉਸ ਚੀਜ਼ ਮਰਿਆਦਾ ਦੇ ਵਿੱਚ ਕਿ ਹਾਂਜੀ ਆਹ ਕੰਮ ਹੋਇਆ ਤੇ ਇਹਨੂੰ ਇਦਾਂ ਕਰਨਾ ਪਊ। ਸੋ ਪੰਡਿਤ ਜੀ ਨੇ ਆਪਣੇ ਗਲ 'ਚ ਐਸਾ ਜਨੇਊ ਨਹੀਂ ਪਾਇਆ ਜੋ ਕਰਮ ਇੰਦਰੀਆਂ ਤੇ ਕੰਟਰੋਲ ਕਰ ਸਕੇ, ਜੋ ਸ਼ਾਹ ਰਗ ਨੂੰ ਸੰਗ ਨੂੰ ਕਰਮ ਇੰਦਰੀਆਂ ਨੂੰ ਵਿਕਾਰਾਂ ਵੱਲ ਜਾਣ ਤੋਂ ਰੋਕ ਸਕੇ। ਖਾਣ ਤੇ ਕੋਈ ਕੰਟਰੋਲ ਨਹੀਂ। ਫਿਰ ਭਲਕੇ ਥੁੱਕ ਪਵੇ ਨਿਤ ਦਾੜੀ। ਬਹੁਤਾ ਖਾ ਕੇ ਰੋਜ਼ ਮਤਲਬ ਇਨਸਲਟ ਹੁੰਦੀ ਉਹਨਾਂ ਦੀ, ਬੇਇੱਜ਼ਤੀ ਹੁੰਦੀ ਉਹਨਾਂ ਦੀ। ਆਪਣੀ ਨਿਗਾਹ ਦੇ ਵਿੱਚ ਸਾਰਾ ਥੁੱਕ ਨਿਕਲ ਕੇ ਉਹਨਾਂ ਦਾ ਦਾੜੀ 'ਚ ਪੈ ਜਾਣਾ। ਤਗ ਨਾ ਪੈਰੀ ਤਗ ਨਾ ਹੱਥੀ।
ਹੁਣ ਪੰਡਿਤ ਜੀ ਨੇ ਪੈਰਾਂ ਹੱਥਾਂ ਵਿੱਚ ਕੋਈ ਐਸਾ ਜਨੇਊ ਨਹੀਂ ਪਾਇਆ ਜੋ ਉਸ ਨੂੰ ਭੈੜੇ ਪਾਸੇ ਜਾਣ ਤੋਂ, ਮੰਦੇ ਕੰਮ ਕਰਨ ਤੋਂ ਰੋਕ ਸਕੇ। ਧੱਗ ਨਾ ਪੈਰੀ, ਧੱਗ ਨਾ ਹੱਥੀ, ਐਸਾ ਕੋਈ ਜਨੇਊ ਨਹੀਂ ਪਾਇਆ ਜੋ ਜ਼ੁਬਾਨ ਤੋਂ ਪਰਾਈ ਨਿੰਦਾ ਕਰਨ ਤੋਂ ਹਟਾ ਦੇਵੇ। ਅੱਖਾਂ ਤੇ ਵੀ ਕੋਈ ਐਸਾ ਜਨੇਊ ਨਹੀਂ ਪਾਇਆ ਜੋ ਬਦ ਨਜ਼ਰ ਨਾਰੀ ਨਾ ਹੋਣ। ਤੱਗ ਨਾ ਜਿਹਵਾ, ਤੱਗ ਨਾ ਅੱਖੀ, ਵੇ ਤੱਗਾ ਆਪੇ ਵਤੈ, ਵਟ ਧਾਗੇ ਅਵਰਾ ਘਤੈ। ਕਹਿੰਦੇ ਪੰਡਿਤ ਜੀ ਆਪ ਵੀ ਐਸੇ ਜ਼ਾਬਤਾ ਭਰਪੂਰ ਜਨੇਊ ਤੋਂ ਬਿਨਾਂ ਭਟਕਦੇ ਹੀ ਦੁਨੀਆ ਤੋਂ ਚਲੇ ਜਾਂਦੇ ਨੇ। ਉਹ ਆਪ ਵੀ ਏਦਾਂ ਹੀ ਜਾਂਦੇ ਦੁਨੀਆ ਤੋਂ, ਕਿਉਂਕਿ ਅਖੀਰ ਤੱਕ ਕੰਮ ਜੋ ਉਹੋ ਜਿਹੇ ਕਰਦੇ ਰਹਿੰਦੇ। ਪਰ ਫਿਰ ਵੀ ਪੰਡਿਤ ਧਾਗੇ ਵੱਟ ਕੇ ਹੋਰਨਾਂ ਦੇ ਪਾਈ ਜਾਂਦਾ, ਹੋਰਨਾਂ ਦੇ ਪਾਈ ਜਾਂਦਾ। ਵਟ ਧਾਗਿਆ ਹੈ, ਵਟ ਧਾਗੇ ਅਵਰਾ ਘਤੈ। ਫਿਰ ਹੋਰ ਅੱਗੇ ਚਲੀਏ। ਲੈ ਭਾੜ ਕਰੇ ਵਿਆਹ, ਆਪਣੀ ਜਜਮਾਨਾਂ ਦੀਆਂ ਧੀਆਂ ਦੇ ਵਿਆਹ ਦੀ ਰਸਮ ਭਾੜਾ ਲੈ ਕੇ ਕਰਾਉਂਦਾ। ਭਾੜਾ ਕਿਹਨੂੰ ਕਹਿੰਦੇ ਆ? ਕਿਰਾਇਆ, ਕਿਰਾਇਆ ਭਾੜਾ, ਕਿ ਕੋਈ ਪੈਸੇ ਲੈ ਕੇ ਕਿਸੇ ਦਾ ਕੰਮ ਕਰਨਾ। ਹੁਣ ਪੈਸੇ ਲੈਣੇ ਆ ਕਿ ਹੋਰ ਕੰਮ ਜੋ ਕੋਈ ਨਹੀਂ ਉਹਨਾਂ ਨੂੰ, ਹੋਰ ਕਿਰਤ ਹੀ ਨਹੀਂ ਕੋਈ ਕਰਦੇ। ਇਹ ਕਿਰਤ ਦਾ ਸਾਰਾ ਲਾਈਫ ਸਟਾਈਲ ਮਜ਼ਦੂਰਾਂ ਦੇ ਹਿੱਸੇ, ਕਿਸਾਨ ਦੇ ਹਿੱਸੇ, ਕਿਸੇ ਦਾ ਕੰਮ ਕਰਨ ਵਾਲਿਆਂ ਦੇ ਹਿੱਸੇ ਆਈ। ਨੀਵੀਆਂ ਜਾਤਾਂ ਜਿਨ੍ਹਾਂ ਨੂੰ ਕਹਿੰਦੇ ਸੀ, ਉਹ ਬ੍ਰਾਹਮਣ ਸੀ, ਇਸ ਕਰਕੇ ਉਹਨਾਂ ਨੇ ਕੰਮ ਹੀ ਨਾ ਕਰਨਾ। ਲੈ ਭਾੜ ਕਰੇ ਵਿਆਹ, ਆਪਣੇ ਜਜਮਾਨਾਂ ਦੀਆਂ ਧੀਆਂ ਦੇ ਵਿਆਹ ਦੀ ਰਸਮ ਦੱਖਣਾ ਲੈ ਕੇ ਕਰਾਉਂਦਾ। ਕੱਢ ਕਾਗਲ ਦੱਸੇ ਰਾਹ, ਜਨਮ ਪੱਤਰੀਆਂ ਸੋਧ ਕੇ ਉਹਨਾਂ ਨੂੰ ਗ੍ਰਸਤ ਮਾਰਗ ਦੀ ਸਿੱਖਿਆ ਦਿੰਦਾ। ਕੱਢ ਕਾਗਲ ਦੱਸੇ ਰਾਹ, ਸੁਣ ਵੇਖੋ ਲੋਕਾ ਇਹ ਵਿਡਾਣ। ਬਾਬਾ ਨਾਨਕ ਕਹਿੰਦਾ ਲੋਕੋ ਦੇਖੋ, ਸੁਣੋ, ਇਹ ਅਚਰਜ ਦਾ ਤਮਾਸ਼ਾ ਹੈ। ਜਿੱਦਾਂ ਆਪਾਂ ਨਹੀਂ, ਕੋਈ ਕੰਮ ਬੰਦਾ ਗਲਤ ਕਰੇ ਜਾਂ ਬੱਚਾ ਕੋਈ ਕੰਮ ਗਲਤ ਕਰੇ ਤੇ ਆਪਾਂ ਇੱਕ ਟੋਂਟ ਮਾਰਦੇ ਆ, ਵਾਹ ਬਈ ਵਾਹ, ਵਾਹ ਬਈ ਵਾਹ। ਇਸ ਤਰ੍ਹਾਂ ਟੋਂਟ ਮਾਰਿਆ, ਕਹਿੰਦਾ ਸੁਣ ਵੇਖੋ ਲੋਕਾ ਇਹ ਵਿਡਾਣ, ਉਹ ਲੋਕੋ ਦੇਖੋ, ਸੁਣੋ, ਇਹ ਅਚਰਜ ਵਾਲਾ ਤਮਾਸ਼ਾ। ਮਨ ਅੰਧਾ ਨਾਉ ਸੁਜਾਨ, ਪੰਡਤ ਆਪ ਤਾਂ ਮਨੋਂ ਅੰਨਾ ਹੈ, ਅਗਿਆਨੀ ਹੈ, ਪਰ ਫਿਰ ਵੀ ਆਪਣੇ ਆਪ ਨੂੰ ਸਿਆਣਾ ਅਖਵਾਉਂਦਾ ਹੈ। ਤਮਾਸ਼ਾ ਦੇਖੋ, ਮਨ ਦਾ ਅੰਨਾ, ਮਨ ਤੇ ਕੋਈ ਕੰਟਰੋਲ ਨਹੀਂ, ਕੋਈ ਦਇਆ ਨਹੀਂ, ਕੋਈ ਸੰਤੋਖ ਨਹੀਂ, ਕੋਈ ਜਤ ਸਤ ਨਹੀਂ, ਕੋਈ ਸਤਵਾਦੀ ਜੀਵਨ ਨਹੀਂ, ਅਗਿਆਨੀ ਹੈ ਤੇ ਆਪਣੇ ਆਪ ਨੂੰ ਸਿਆਣਾ ਖਵਾਉਂਦਾ। ਜੀ ਆਖੇ ਪੰਡਤ ਜੀ, ਗਿਆਨੀ ਜੀ। ਮਨ ਅੰਧਾ ਨਾਉ ਸੁਜਾਨ, ਕਹਿੰਦੇ ਆ ਦੇਖ ਲਓ ਤਮਾਸ਼ਾ। ਇੱਥੇ ਸ਼ਲੋਕ ਨੰਬਰ 4 ਮੁੱਕ ਗਿਆ। ਅੱਗੇ ਪੌੜੀ ਹੈ। ਆਓ ਹੁਣ ਦੇਖੋ ਪੌੜੀ ਚ ਕੀ ਬਾਬਾ ਗਿਆਨ ਬਖਸ਼ਦਾ। ਬੜੀ ਸਿੰਪਲ। ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਜਿਸ ਨਾਮ ਅਭਿਆਸੀ ਤੇ ਕਰਤਾ ਪੁਰਖ ਪ੍ਰਭੂ ਦਿਆਲ ਹੋ ਜਾਂਦਾ ਹੈ, ਉਸ ਪਾਸੋਂ ਕਰਤਾ ਪੁਰਖ ਬੰਦਗੀ ਦੀ ਕਾਰ ਕਰਵਾਉਂਦਾ ਹੈ। ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਬੰਦਗੀ ਦੀ ਕਾਰ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ। ਦੇਖੋ ਇੱਕੋ ਹੀ ਗੱਲ ਬਾਬੇ ਨਾਨਕ ਨੇ 5 ਲੈਣਾ ਚ ਕਹਿਣੀ ਹੈ, ਇੱਕੋ ਹੀ ਗੱਲ। ਸਾਹਿਬ ਹੋਏ ਦਿਆਲ,
ਕਿਰਪਾ ਕਰੇ ਤਾਂ ਸਾਈਕਾਰ ਕਰਾਏ ਸੀ। ਜਿਸ ਅਭਿਆਸੀ ਤੇ ਅਕਾਲ ਪੁਰਖ ਦਿਆਲ ਹੋ ਜਾਂਦਾ ਹੈ, ਉਸ ਪਾਸੋਂ ਬੰਦਗੀ ਦੀ ਕਾਰ ਕਰਵਾਉਂਦਾ ਹੈ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਜਿਸ ਅਭਿਆਸੀ ਨੂੰ ਆਪਣੀ ਰਜ਼ਾ ਵਿੱਚ ਤੋਰਦਾ ਹੈ, ਉਸ ਪਾਸੋਂ ਇਬਾਦਤ ਵੀ ਕਰਵਾਉਂਦਾ ਹੈ। ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਪ੍ਰਭੂ ਦੇ ਭਾਣੇ 'ਚ ਰਹਿਣ ਵਾਲਾ ਅਭਿਆਸੀ ਹੀ ਬੰਦਗੀ ਕਰਕੇ ਪੰਚ ਪ੍ਰਵਾਨ ਹੁੰਦਾ ਹੈ ਤੇ ਕਰਮਖੰਡ ਤੱਕ ਪਹੁੰਚਦਾ। ਮਹਿਲ ਇਹ ਕਰਮਖੰਡ ਦੀ ਅਵਸਥਾ ਅਖੀਰੀ ਅਵਸਥਾ ਹੈ, ਉੱਚੀ ਸੁੱਚੀ ਅਵਸਥਾ ਹੈ। ਕਰਮਖੰਡ ਪ੍ਰਭੂ ਦੇ ਭਾਣੇ 'ਚ ਰਹਿਣ ਵਾਲਾ ਨਾਮ ਅਭਿਆਸੀ ਬੰਦਗੀ ਕਰਕੇ ਪੰਜ ਪ੍ਰਵਾਨ ਹੁੰਦਾ ਤੇ ਕਰਮਖੰਡ ਤੱਕ ਪਹੁੰਚਦਾ। ਖਸਮੈ ਭਾਵੈ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ। ਜੋ ਅਭਿਆਸੀ ਕਰਤੇ ਪੁਰਖ ਦੇ ਭਾਣੇ ਵਿੱਚ ਰਹਿਣਾ ਸਿੱਖ ਕੇ ਬੰਦਗੀ ਕਰਦਾ ਹੈ, ਉਸ ਦੇ ਮਨ ਦੀਆਂ ਸਾਰੀਆਂ ਮੁਰਾਦਾਂ ਕਰਤਾ ਪੁਰਖ ਆਪ ਪੂਰੀਆਂ ਕਰਦਾ ਹੈ। ਉਹਦੇ ਮਨ ਦੀਆਂ ਮੁਰਾਦਾਂ ਕਰਤਾ ਪੁਰਖ ਆਪ ਪੂਰੀਆਂ ਕਰਦਾ ਹੈ। ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ, ਵਿਖਿਆ ਅੰਮ੍ਰਿਤ ਏਕ ਹੈ ਬੂਝੈ ਪੁਰਖ ਸੁਜਾਨ। ਨਾਮ ਅਭਿਆਸੀ ਦੇ ਵਾਸਤੇ ਅਕਾਲ ਪੁਰਖ ਦਾ ਨਾਮ ਜਪਣਾ ਹੀ ਮਾਇਆ ਹੈ। ਮਾਇਆ ਦੇ ਸਵਾਦ ਉਹਨੂੰ ਉਸ ਨਾਮ ਰਸ ਚੋਂ ਹੀ ਮਿਲ ਜਾਣਗੇ। ਵਿਖਿਆ ਅੰਮ੍ਰਿਤ ਏਕ ਹੈ ਬੂਝੈ ਪੁਰਖ ਸੁਜਾਨ। ਖਸਮੈ ਭਾਵੈ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ। ਜੋ ਅਭਿਆਸੀ ਪ੍ਰਭੂ ਦੇ ਭਾਣੇ ਵਿੱਚ ਰਹਿਣਾ ਸਿੱਖ ਕੇ ਇਬਾਦਤ ਕਰਦੇ ਨੇ, ਭਗਤੀ ਕਰਦੇ ਨੇ, ਬੰਦਗੀ ਕਰਦੇ ਨੇ, ਉਹਦੇ ਮਨ ਦੀਆਂ ਸਾਰੀਆਂ ਮੁਰਾਦਾਂ ਕਰਤਾ ਪੁਰਖ ਆਪ ਪੂਰੀਆਂ ਕਰਦਾ ਤੇ ਫਿਰ ਤਾਂ ਦਰਗਾਹ ਪੈਂਦਾ ਜਾਏ ਸੀ। ਤੇ ਉਹ ਅਭਿਆਸੀ ਕਰਤੇ ਪੁਰਖ ਦੀ ਦਰਗਾਹ ਦੇ ਵਿੱਚ ਆਦਰ ਮਾਣ ਦੇ ਨਾਲ ਜਾਂਦਾ, ਤਾਂ ਦਰਗਾਹ ਪੈਂਦਾ ਜਾਏ ਸੀ। ਉਹਨੂੰ ਆਦਰ ਮਾਣ ਮਿਲਦਾ, ਸਤਿਕਾਰ ਮਿਲਦਾ। ਰੇ ਰੇ ਦਰਗਾਹ ਕਹੈ ਨਾ ਕੋ, ਆਓ ਬੈਠ ਆਦਰ ਸੁਭ ਦੇਵ। ਕਰਤੇ ਪੁਰਖ ਦੀ ਹਜ਼ੂਰੀ 'ਚ ਕੋਈ ਅਨਾਦਰੀ ਦੇ ਬੋਲ ਨਹੀਂ ਬੋਲੇਗਾ, ਆਦਰ ਮਿਲੇਗਾ। ਆਓ ਬੈਠ ਆਦਰ ਸੁਭ ਦੇਵ। ਉਹ ਮਹਿਲੀ ਪਾਵੇਂ ਤੂੰ ਬਾਸਾ। ਕਰਤੇ ਪੁਰਖ ਦੀ ਦਰਗਾਹ ਹੀ ਮਹਿਲ ਹੈ। ਜੇ ਤੂੰ ਨਾਮ ਵਿੱਚ ਮਨ ਨੂੰ ਰੰਗ ਲਏ ਤਾਂ ਉਸ ਕਰਤੇ ਪੁਰਖ ਦੀ ਹਜ਼ੂਰੀ 'ਚ ਪਰਮਾਨੈਂਟ ਰੈਜ਼ੀਡੈਂਸੀ ਮਿਲਦੀ ਹੈ। ਉਹ ਮਹਿਲੀ ਪਾਵੇਂ ਤੂੰ ਬਾਸਾ, ਉੱਥੇ ਟਿਕਾਣਾ ਮਿਲ ਜਾਂਦਾ। ਜਨਮ ਮਰਨ ਨਾ ਹੋਏ ਬਿਨਾਸਾ। ਜਨਮ ਮਰਨ ਦਾ ਗੇੜ ਖਤਮ। ਮਸਤਕ ਕਰਮ ਲਿਖਿਓ ਧੁਰ ਜਾ ਕੇ। ਜਿਹਦੇ ਮੱਥੇ ਤੇ ਪ੍ਰਭੂ ਦੀ ਮਿਹਰ ਦਾ ਲੇਖ ਉਗੜਦਾ, ਹਰ ਸੰਪੈ ਨਾਨਕ ਘਰ ਤਾਕੈ। ਉਹਦੇ ਹਿਰਦੇ ਵਿੱਚ ਇਹ ਨਾਮ ਧਨ ਇਕੱਤਰ ਹੋ ਜਾਂਦਾ। ਧਨ ਪਦਾਰਥ ਉਹਦੇ ਹਿਰਦੇ ਵਿੱਚ ਇਕੱਤਰ ਹੁੰਦਾ, ਤਾਂ ਦਰਗਾਹ ਪੈਂਦਾ ਜਾਏ ਸੀ। ਤੇ ਫਿਰ ਉਸ ਕਰਤੇ ਪੁਰਖ ਦੀ ਦਰਗਾਹ ਵਿੱਚ ਆਦਰ ਮਾਣ ਮਿਲਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।